आप लिहो तुम कथा सुधारी। ਵਾਹਿਗੁਰੂ ਸਾਹਿਬ ਜੀ। ਨਿਜ ਸੰਗਤ ਕੋ ਕਰਹੁ ਸੁਖਾਰੀ, ਇਮ ਜਾਚਤ ਹਮ ਨਿਕਟ ਤੁਮਾਰੀ। ਸੁਨ ਗੁਰ ਕਹਿਓ ਆਪ ਉਪਕਾਰੀ, ਪਰ ਕਾਰਜ ਕੋ ਤਨ ਸ਼ਰਮ ਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾਂ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ। ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਅੱਜ ਬੜਾ ਸੁਭਾਗਾ ਦਿਹਾੜਾ ਹੈ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰਾਂ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਧੰਨ ਧੰਨ ਮਾਤਾ ਗੰਗਾ ਜੀ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਨਗਰ ਵਿਖੇ 1595 ਈਸਵੀ ਨੂੰ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਤੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ। ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਦਸਾਂ ਮਹੀਨਿਆਂ ਵਿੱਚ ਇਹ ਮਹਾਨ ਪਵਿੱਤਰ ਆਤਮਾ ਦਾ ਅਵਤਾਰ ਹੋਇਆ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ। ਵਧੀ ਵੇਲ ਬਹੁ ਪੀੜੀ ਚਾਲੀ। ਇਹ ਬੇਲ ਵਧੀ ਹੈ। ਗੁਰੂ ਰਾਮਦਾਸ ਦਾ ਪਰਿਵਾਰ ਵਧਿਆ ਹੈ। ਜੋ ਬਚਨ ਬੀਬੀ ਭਾਨੀ ਨੂੰ ਮਹਾਰਾਜ ਗੁਰੂ ਅਮਰਦਾਸ ਜੀ ਕਹੇ ਸੀ ਹੁਣ ਗੱਦੀ ਤੇਰੇ ਪਰਿਵਾਰ ਵਿੱਚ ਰਹੇਗੀ, ਉਸ ਬਚਨ ਨੂੰ ਵੀ ਫੜ ਲੱਗੇ ਨੇ। ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀ ਮਾਤਾ ਗੰਗਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਉਹ ਬਚਨ ਵੀ ਪੂਰੇ ਹੋ ਗਏ ਨੇ। ਮਹਾਬਲੀ ਜੋਧੇ ਸਤਿਗੁਰਾਂ ਨੇ ਅਵਤਾਰ ਧਾਰਿਆ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਬਾਣ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦੇ ਨਾਲ ਜਿੰਨੀਆਂ ਖੁਸ਼ੀਆਂ ਗੁਰੂ ਪੰਥ ਨੂੰ ਪ੍ਰਾਪਤ ਹੋਈਆਂ ਨੇ ਉਹਨਾਂ ਦਾ ਬਿਆਨ ਨਹੀਂ ਹੋ ਸਕਦਾ। ਮੀਰੀ ਤੇ ਪੀਰੀ ਨੂੰ ਇਕੱਠਿਆਂ ਕਰਨ ਵਾਲੇ, ਭਗਤੀ ਤੇ ਸ਼ਕਤੀ ਨੂੰ ਜੋੜਨ ਵਾਲੇ, ਧਰਮ ਤੇ ਰਾਜਨੀਤੀ ਦਾ ਬੈਲੈਂਸ ਕਰਨ ਵਾਲੇ ਸਤਿਗੁਰੂ ਹੋਏ ਛੇਵੇਂ ਪਾਤਸ਼ਾਹ ਜੀ। ਉਹਨਾਂ ਦੀ ਪਾਵਨ ਕਥਾ ਸਬੱਬੀ ਚੱਲ ਰਹੀ ਹੈ। ਪਿਛਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰ ਚੁੱਕੇ ਹੋ। ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਭਾਈ ਤੁਲਸੀਆ ਜੀ, ਭਾਈ ਜੈਤ ਜੀ, ਭਾਈ ਸੋਢੀ ਬਦਲੀ ਜੀ, ਬੇਅੰਤ ਗੁਰੂ ਕੇ ਸਿੱਖ ਆਏ। ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਦੇ ਰਾਹੀਂ ਜੋ ਵਿਵੇਕਸਰ ਸਾਹਿਬ ਅਸਥਾਨ ਬਣਿਆ ਇੱਥੇ ਬੈਠੇ ਸਨ ਰਾਮਸਰ ਦੇ ਲਾਗੇ। ਉਹ ਕੀ ਬੇਨਤੀ ਹੋ ਰਹੀ ਹੈ ਆਓ ਸਰਵਣ ਕਰੀਏ। ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜ ਸੰਗਤ ਕੋ ਕਰਹੁ ਸੁਖਾਰੀ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿ ਰਹੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੇ ਭਗਤਾਂ ਸੇਵਕਾਂ ਦੇ ਭਲੇ ਵਾਸਤੇ ਅਵਤਾਰ ਧਾਰਿਆ ਹੈ। ਆਪਣੀਆਂ ਸੰਗਤਾਂ ਨੂੰ ਸੁੱਖ ਦਿੰਦੇ ਹੋ,
ਆਪਣੇ ਸਿੱਖਾਂ ਦੇ ਦੁੱਖ ਦੂਰ ਕਰਦੇ ਹੋ। ਇਮ ਜਾਚਤ ਹਮ ਨਿਕਟ ਤੁਮਾਰੀ। ਇਹ ਸਾਰੀਆਂ ਸੰਗਤਾਂ ਤੁਹਾਡੇ ਚਰਨਾਂ ਵਿੱਚ ਅੱਜ ਵੀ ਇਹੀ ਜਾਚਨਾ ਕਰਨ ਆਈਆਂ ਹਨ। ਮਹਾਰਾਜ ਆਪ ਜੀ ਦੀ ਲੀਲਾ ਨੂੰ ਦੇਖ ਕਰਕੇ ਜਿਹੜੇ ਦੁਸ਼ਟ ਦੋਖੀ ਗੁਰੂ ਘਰ ਦੀ ਨਿੰਦਾ ਕਰਦੇ ਨੇ, ਉਹਨਾਂ ਦੀ ਨਿੰਦਾ ਸੁਣ ਕੇ ਗੁਰਸਿੱਖਾਂ ਦੇ ਮਨ ਬੜੇ ਵਿਚਲਿਤ ਹੁੰਦੇ ਨੇ। ਕਿਰਪਾ ਕਰੋ ਮਹਾਰਾਜ, ਇਹ ਜਿਹੜੀ ਨਿੰਦਾ ਹੋ ਰਹੀ ਇਹਨੂੰ ਬੰਦ ਕਰਵਾਓ। ਸੁਨ ਗੁਰ ਕਹਿਓ ਆਪ ਉਪਕਾਰੀ। ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਆਪ ਮਹਾਨ ਪਰਉਪਕਾਰੀ ਹੋ। ਪਰ ਕਾਰਜ ਕੋ ਤਨ ਸ਼ਰਮ ਧਾਰੀ। ਆਪ ਜੀ ਦੂਜਿਆਂ ਦਾ ਭਲਾ ਕਰਨ ਲਈ ਆਪਣੇ ਸਰੀਰ ਤੇ ਖੇਚਲ ਲੈ ਲੈਂਦੇ ਹੋ। ਜਨਮ ਮਰਨ ਦੋਹ ਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਪਰਉਪਕਾਰ ਵਾਸਤੇ ਮਹਾਂਪੁਰਸ਼ਾਂ ਨੇ ਸਰੀਰ ਧਾਰਨ ਕੀਤੇ ਹੁੰਦੇ ਨੇ, ਆਪਣੇ ਵਾਸਤੇ ਨਹੀਂ ਦੂਜਿਆਂ ਵਾਸਤੇ ਜੀਂਦੇ ਨੇ। ਮੋਹ ਪ੍ਰਤ ਦੇਹੋਂ ਆਇਸ ਜਿਮ ਹੋਏ। ਬਾਬਾ ਜੀ ਜੋ ਵੀ ਹੁਕਮ ਹੈ ਨਾ ਸਾਨੂੰ ਦੱਸ ਦਿਓ, ਜੋ ਤੁਹਾਡੀ ਆਗਿਆ ਅਸੀਂ ਮੰਨਾਂਗੇ। ਮਾਨਨੀਏ ਰਾਵਰ ਬਚ ਜੋਏ। ਕਿਉਂਕਿ ਆਪ ਜੀ ਦਾ ਕੋਈ ਵੀ ਬਚਨ ਅਸੀਂ ਮੋੜ ਨਹੀਂ ਸਕਦੇ। ਇਹ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ, ਬੁੱਢਿਆ ਤੈਥੋਂ ਓਲੇ ਨਾ ਹੋਸਾਂ, ਮੈਂ ਤੇਰੀਆਂ ਅੱਖਾਂ ਤੋਂ ਦੂਰ ਨਹੀਂ ਹੋਣਾ। ਜੋ ਤੂੰ ਕਹੇਗਾ ਉਹ ਮੈਂ ਮੋੜ ਨਹੀਂ ਸਕਾਂਗਾ। 6 ਜਾਮਿਆਂ ਤੱਕ ਬਾਬਾ ਬੁੱਢਾ ਸਾਹਿਬ ਜੀ ਰਹੇ ਨੇ। ਉਹਨਾਂ ਤੋਂ ਬਾਅਦ ਉਹਨਾਂ ਦੀ ਅੰਸ ਬੰਸ ਰਹੀ ਹੈ। ਸਾਹਿਬ ਕਲਗੀਧਰ ਜੀ ਤੱਕ ਭਾਈ ਸਾਹਿਬ ਰਾਮ ਕੋਇਰ ਜੀ ਰਹੇ ਨੇ। ਕਿਸੇ ਵੀ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਬਚਨ ਨਹੀਂ ਮੋੜੇ। ਗੁਰੂ ਘਰ ਦੇ ਗੁਰਸਿੱਖ ਮਹਾਨ ਬਾਬਾ ਬੁੱਢਾ ਜੀ ਨੂੰ ਮਹਾਰਾਜ ਕਹਿੰਦੇ, ਬਾਬਾ ਜੀ ਤੁਹਾਡਾ ਬਚਨ ਸਿਰ ਮੱਥੇ ਤੇ ਹੈ। ਤੁਮ ਤੇ ਨਹ ਅਦੇ ਕੁਛ ਮੇਰੇ। ਬਾਬਾ ਜੀ ਐਸੀ ਕੋਈ ਵਸਤੂ ਸਾਡੇ ਕੋਲ ਨਹੀਂ ਜਿਹੜੀ ਅਸੀਂ ਤੁਹਾਨੂੰ ਦੇ ਨਾ ਸਕੀਏ। ਐਸੀ ਵਸਤ ਜਗਤ ਮੇਂ ਨਹੀਂ ਜੋ ਮੈਂ ਦਈ ਖਾਲਸੇ ਨਹੀਂ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਵੀ ਕਿਹਾ ਨਾ, ਐਸੀ ਕੋਈ ਵਸਤੂ ਸੰਸਾਰ 'ਚ ਨਹੀਂ ਜੋ ਅਸੀਂ ਆਪਣੇ ਖਾਲਸੇ ਤੋਂ ਲੁਕਾ ਲਈਏ, ਆਪਣੇ ਸਿੱਖਾਂ ਤੋਂ ਲੁਕਾ ਲਈਏ। ਬਾਬਾ ਜੀ ਤੁਸੀਂ ਬਹੁਤ ਵੱਡੇ ਹੋ, ਬਹੁਤ ਸਨਮਾਨਯੋਗ ਹੋ, ਜੋ ਵੀ ਕਹੋਗੇ ਅਸੀਂ ਮੰਨਾਂਗੇ। ਹਾਂ ਅਨਸਾਰੀ ਸੰਜ ਸਵੇਰੇ। ਅਸੀਂ ਸਾਂਝ ਸਵੇਰੇ ਹਰ ਵੇਲੇ ਤੁਹਾਡੀ ਆਗਿਆ ਵਿੱਚ ਤੁਹਾਡੇ ਅਨੁਸਾਰੀ ਹਾਂ। ਅਸੀਂ ਤੁਹਾਡੇ ਤਾਬੇਦਾਰ ਹਾਂ। ਸਭ ਕੇ ਸੁਨਤ ਬ੍ਰਿਧ ਪੁਨ ਕਹੇ। ਇੰਨੀ ਨਿਮਰਤਾ ਛੇਵੇਂ ਪਾਤਸ਼ਾਹ ਹੀ ਦਿਖਾ ਸਕਦੇ ਆ ਸਾਧ ਸੰਗਤ ਜੀ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਿਹਦੇ ਵਿੱਚ ਨਿਮਰਤਾ ਨਹੀਂ ਹੈ ਨਾ, ਉਹਦੇ ਵਿੱਚ ਸਿੱਖੀ ਨਹੀਂ ਆ ਸਕਦੀ। ਸਿੱਖੀ ਦਾ ਬੂਟਾ ਉਸ ਜਗ੍ਹਾ ਤੇ ਲੱਗਦਾ ਜਿੱਥੇ ਨਿਮਰਤਾ ਹੁੰਦੀ ਹੈ। ਤੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਨਿਮਰਤਾ ਦਾ ਪਾਠ ਪੜ੍ਹਾ ਰਹੇ ਨੇ ਵੀ ਕਿਸ ਤਰ੍ਹਾਂ ਵੱਡਿਆਂ ਦਾ ਸਤਿਕਾਰ ਕਰੀਦਾ, ਗੁਰਮੁਖਾਂ ਦਾ। ਬਾਬਾ ਬੁੱਢਾ ਜੀ ਦਾ ਕੀ ਰੁਤਬਾ ਹੈ। ਇੰਨੀ ਭਾਵਨਾ ਨਾਲ ਜਦੋਂ ਬਚਨ ਮਹਾਰਾਜ ਨੇ ਕਹੇ ਤੇ ਬਾਬਾ ਜੀ ਨੇ ਸੁਣੇ। ਸਦਾ ਪ੍ਰੇਮ ਕੇ ਤੁਮ ਬਸ ਰਹੇ। ਤੇ ਬਾਬਾ ਜੀ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹਰ ਯੁੱਗ ਦੇ ਵਿੱਚ ਬਿਰਧ ਰਿਹਾ ਕਿ ਤੁਸੀਂ ਪ੍ਰੇਮ ਦੇ ਵਸ ਰਹੇ ਹੋ। ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਮਹਾਰਾਜ ਤੁਸੀਂ ਆਪਣੇ ਭਗਤਾਂ ਦੇ ਪ੍ਰੇਮ ਦੇ ਵਸ ਵਿੱਚ ਰਹਿੰਦੇ ਹੋ। ਬੇਦਨ ਹੇਤ ਜੇ ਤਕ ਤਪ ਕੀਨੇ। ਮਹਾਰਾਜ ਮਾਤਾ ਕੌਲਾਂ ਜੀ ਨੇ 100 ਜਨਮ ਭਗਤੀ ਕੀਤੀ ਹੈ, ਬੜੇ ਤਪ ਕੀਤੇ ਹਨ। ਇਹੀ ਅਰਦਾਸ ਕਰਦੇ ਰਹੇ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਪਤੀ ਸਰੂਪ ਵਿੱਚ ਪ੍ਰਾਪਤ ਹੋਣ। ਭਲੀ ਭਾਂਤ ਸੋ ਰਾਵਰ ਚੀਨੇ। ਉਹਨਾਂ ਦੀ ਭਗਤੀ 100 ਜਨਮ ਦੀ ਪੂਰੀ ਹੋਈ ਹੈ। ਇਸ ਸਮੇਂ ਆਪ ਜੀ ਨੇ ਅਵਤਾਰ ਧਾਰਿਆ, ਉਹਨਾਂ ਦੀ ਭਗਤੀ ਨੂੰ ਫਲ ਲਾਇਆ ਹੈ। ਤਿਸੀ ਹੇਤ ਮੇਰੇ ਬਚ ਭਏ। ਤੇ ਮੇਰੇ ਕੋਲੋਂ ਵੀ ਬਚਨ ਇਸੇ ਕਰਕੇ ਨਿਕਲ ਗਏ ਸਨ। ਕਾਜੀ ਰੁਸਤਮ ਖਾਂ ਬੜਾ ਹੰਕਾਰੀ ਸੀ। ਬਾਬਾ ਬੁੱਢਾ ਜੀ ਨੂੰ ਕਹਿ ਬੈਠਿਆ, ਕਹਿਣ ਲੱਗਾ, ਬਾਬਾ ਬੁੱਢਾ
ਗੁਰੂ ਘਰ ਦੇ ਵਿੱਚ ਤੂੰ ਬੜਾ ਮੁਖੀ ਮੋਹਰੇ ਆ, ਘੋੜੇ ਦੇ ਪੈਸੇ ਤੂੰ ਦੇ ਦੇ। ਬਾਬਾ ਜੀ ਕਹਿੰਦੇ ਮੈਂ ਤੇ ਸੇਵਾਦਾਰ ਹਾਂ, ਮਾਲਕ ਜਦੋਂ ਉੱਠਣਗੇ ਪੈਸੇ ਦੇਣੇ ਕਿ ਨਹੀਂ ਦੇਣੇ ਉਹਨਾਂ ਨੂੰ ਪੁੱਛ ਲਈ। ਕਹਿਣ ਲੱਗਾ ਦੇਣੇ ਕਿਉਂ ਨਹੀਂ, ਮੈਂ ਲੈ ਲਾਂਗਾ, ਮੈਂ ਜਵਾਈ ਬਣ ਕੇ ਲੈ ਲਾਂਗਾ। ਕਾਜੀ ਰੁਸਤਮ ਖਾਂ ਦੀ ਗੱਲ ਸੁਣ ਕੇ ਬਾਬਾ ਜੀ ਦੇ ਮੂੰਹ ਤੋਂ ਬਚਨ ਨਿਕਲਿਆ, ਤੂੰ ਕੀ ਜਵਾਈ ਬਣੇਗਾ, ਗੁਰੂ ਸਾਹਿਬ ਤੇਰੇ ਜਵਾਈ ਬਣ ਜਾਣਗੇ। ਤੁਮਰੇ ਗੁਰ ਦਮਾਦ ਬਣ ਜੈ ਹੈ। ਤੇ ਸਾਧ ਸੰਗਤ ਜੀ ਉਸ ਕਰਕੇ ਮਾਤਾ ਕੌਲਾਂ ਜੀ ਨੂੰ ਲਿਆਣਾ ਪਿਆ। ਇਹ ਗੁਰੂ ਘਰ ਚ ਕੁਆਰਾ ਡੋਲਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਯਾਦ ਵਿੱਚ ਕੌਲਸਰ ਸਰੋਵਰ ਮਾਤਾ ਕੌਲਾਂ ਜੀ ਬੇਨਤੀ ਵੀ ਕੀਤੀ ਸੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮੇਰਾ ਵੀ ਕੋਈ ਪੁੱਤਰ ਹੋਵੇ, ਮੇਰੀ ਵੀ ਕੋਈ ਯਾਦ ਰਵੇ, ਕੋਈ ਮਾਂ ਕਹਿਣ ਵਾਲਾ, ਕੋਈ ਦਾਦੀ ਕਹਿਣ ਵਾਲਾ ਹੋਵੇ। ਤੇ ਸਤਿਗੁਰੂ ਕਹਿਣ ਲੱਗੇ ਕੌਲਾਂ ਮਾਂ ਕਹਿਣ ਵਾਲੇ ਯਾਦ ਕਰ ਲੈਂਦੇ ਆ, ਦਾਦੀ ਕਹਿਣ ਵਾਲੇ ਵੀ ਯਾਦ ਕਰ ਲੈਂਦੇ ਆ, ਪਰ ਜਦੋਂ ਪੜਦਾਦੀ ਬਣਦੀ ਆ ਨਾ ਭੁੱਲ ਜਾਂਦੇ ਆ ਵੀ ਪੜਦਾਦੀ ਦਾ ਕੀ ਨਾਂ ਸੀ, ਪੜਪੋਤੇ ਨੂੰ ਨਹੀਂ ਯਾਦ ਹੁੰਦਾ। ਤੇਰਾ ਪੁੱਤਰ ਇਹੋ ਜਿਹਾ ਹੋਵੇਗਾ ਜਿਹੜਾ ਰਹਿੰਦੀ ਦੁਨੀਆ ਤੱਕ ਰਹੇਗਾ। ਇਹ ਕਹਿ ਕੇ ਮਹਾਰਾਜ ਨੇ ਕੌਲਸਰ ਸਰੋਵਰ ਮਾਤਾ ਕੌਲਾਂ ਜੀ ਦੇ ਅਸਥਾਨ ਤੇ ਬਣਵਾ ਦਿੱਤਾ ਸੀ, ਅੱਜ ਵੀ ਮੌਜੂਦ ਹੈ। ਨਾਲ ਹੀ ਬਚਨ ਕਰਤਾ ਮਹਾਰਾਜ ਨੇ ਵੀ ਪਹਿਲਾਂ ਕੌਲਸਰ ਇਸ਼ਨਾਨ ਕਰੇ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰੇ, ਤਾਂ ਯਾਤਰਾ ਪੂਰਨ ਹੁੰਦੀ ਹੈ। ਭਾਵਨਾ ਵਾਲੇ ਗੁਰਸਿੱਖ ਪੰਜਾਂ ਹੀ ਸਰੋਵਰਾਂ ਦੇ ਇਸ਼ਨਾਨ ਕਰਦੇ ਆ, ਪਰ ਕੌਲਸਰ ਸਾਹਿਬ ਦਾ ਤੇ ਦਰਬਾਰ ਸਾਹਿਬ ਦਾ ਸਰੋਵਰ ਦਾ ਇਸ਼ਨਾਨ ਵਿਸ਼ੇਸ਼ ਕਰਕੇ ਕਰਦੇ, ਗੁਰੂ ਸਾਹਿਬ ਦੇ ਬਚਨ ਜਾਣ ਕੇ। ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਧੰਨ ਮਾਤਾ ਕੌਲਾਂ ਜੀ ਦੀ ਭਗਤੀ ਪੂਰੀ ਹੋਈ ਹੈ। ਉਹ ਜਿਸ ਰੂਪ ਵਿੱਚ ਆਪ ਜੀ ਨੂੰ ਪ੍ਰਾਪਤ ਹੋਣਾ ਚਾਹੁੰਦੇ ਸਨ, ਮਿਲਣਾ ਚਾਹੁੰਦੇ ਸਨ, ਉਹ ਮਿਲੇ ਹਨ। ਅੰਗੀਕਾਰ ਆਪਨੇ ਕਏ, ਆਪ ਜੀ ਨੇ ਮੇਰੇ ਬਚਨ ਵੀ ਪ੍ਰਵਾਨ ਕਰ ਲਏ, ਅੰਗੀਕਾਰ ਕਰ ਲਏ। ਅਬ ਕੌਲਾ ਕੋ ਤਿਆਗ ਭਲੇਰੋ, ਹੁਣ ਮਾਤਾ ਕੌਲਾਂ ਜੀ ਦਾ ਤਿਆਗ ਕਰਨਾ ਹੀ ਠੀਕ ਹੈ। ਤਪ ਕੋ ਫਲ ਤਿਨ ਲਹਿਓ ਕਨੇਰੋ, ਜੋ ਉਹਨਾਂ ਨੇ ਤਪ ਕੀਤਾ ਸੀ, ਦਰਸ਼ਨ ਕਰਨੇ ਸਨ ਆਪ ਜੀ ਦੇ, ਉਹ ਕਰ ਲਏ ਹਨ। ਇਹ ਵਿਵੇਕ ਸੰਗਤ ਚਾਹ ਕਰਿਓ, ਇਹ ਸਾਰੀ ਸੰਗਤ ਵਿਵੇਕ ਵਿਚਾਰ ਕਰਕੇ ਆਈ ਹੈ। ਜਥਾ ਜੋਗ ਤੁਮ ਨਿਕਟ ਉਚਰਿਓ, ਔਰ ਸਾਰੀ ਸੰਗਤ ਨੇ ਆਪ ਜੀ ਦੇ ਚਰਨਾਂ 'ਚ ਵਿਵੇਕ ਵਿਚਾਰ ਰੱਖੀ ਹੈ। ਇਮ ਸੁਨ ਵਿਦਿਆ ਜੇਠਾ ਆਦ, ਇਹ ਸੁਣ ਕੇ ਬਾਬਾ ਬੁੱਢਾ ਜੀ ਦੇ ਕੋਲ ਬੈਠੇ ਭਾਈ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ, ਇਹ ਭੀ ਸੁਨਤ ਹੋਤੇ ਅਪਵਾਦ, ਇਹ ਵੀ ਇਹ ਗੱਲ ਸੁਣ ਰਹੇ ਸਨ, ਕਿਉਂਕਿ ਇਹ ਗੁਰੂ ਸਾਹਿਬ ਦੇ ਨਾਲ ਸ਼ਿਕਾਰ ਖੇਡਣ ਗਏ ਹੋਏ ਸਨ, ਉੱਥੋਂ ਵਾਪਸ ਮੁੜੇ ਸਨ। ਜਿਤੇ ਸਭਟ ਸਭ ਹੀ ਸਦ ਸੰਗ, ਜਿੰਨੀ ਫੌਜ ਸੀ ਮਹਾਰਾਜ ਦੀ ਸ਼ਸਤਰਧਾਰੀ ਯੋਧਿਆਂ ਦੀ, ਸਾਰੇ ਨਾਲ ਸਨ। ਭਾਈ ਲੱਖੂ ਜੀ, ਭਾਈ ਜੱਟੂ ਜੀ, ਭਾਈ ਭਾਨੂ ਜੀ, ਹੋਰ ਸਾਰੇ ਗੁਰਸਿੱਖ ਨੇੜੇ ਸਨ। ਅਵਸਰ ਲਹਿਓ ਹਿਰਦੇ ਸ ਉਮੰਗ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ ਸਮਾਂ ਪਾ ਕੇ ਬੇਨਤੀ ਕਰਨ ਲੱਗੇ। ਕਹਿਤ ਭਏ ਬ੍ਰਿਧ ਅਦਕ ਬਡੇਰੇ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਵੱਡੇ ਹਨ, ਗੁਰੂ ਘਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਨਮਾਨ ਹੈ। ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਥਾਪਣਾ ਕੀਤੀ ਹੈ। ਖਟ ਸਤਗੁਰ ਜਿਨ ਆਖਨ ਹੇਰੇ, ਜਿਨ੍ਹਾਂ ਨੇ ਮਹਾਰਾਜ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਸਤਿਗੁਰੂ ਅੰਗਦ ਦੇਵ ਜੀ ਨੂੰ ਜਦੋਂ ਗੁਰਿਆਈ ਦਾ ਤਿਲਕ ਹੋਇਆ ਸੀ, ਉਦੋਂ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਕੋਲੋਂ ਕਰਵਾਇਆ ਸੀ। ਫਿਰ ਗੁਰੂ ਅਮਰਦਾਸ ਜੀ ਨੂੰ ਤਿਲਕ ਹੋਇਆ ਸੀ, ਉਹ ਵੀ ਬਾਬਾ ਬੁੱਢਾ ਜੀ ਦੇ ਹੱਥੋਂ ਹੋਇਆ ਸੀ। ਫਿਰ ਸਤਿਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ 6 ਪਾਤਸ਼ਾਹੀਆਂ ਤੱਕ ਬਾਬਾ ਜੀ ਮਰਿਆਦਾ ਨਿਭਾਉਂਦੇ ਰਹੇ। ਇਸ ਕਰਕੇ ਸਾਰਾ ਪੰਥ ਉਹਨਾਂ ਦਾ ਸਤਿਕਾਰ ਕਰਦਾ ਹੈ। ਮਾਨਨੀਏ ਇਨ ਬਾਕ ਭਲੇਰੇ, ਭਾਈ ਬਿਧੀ ਚੰਦ ਜੀ ਕਹਿੰਦੇ, ਮਹਾਰਾਜ ਜੀ ਬਾਬਾ ਜੀ ਦਾ ਬਚਨ ਮੰਨਣ ਯੋਗ ਹੈ। ਕਹਿਤ ਸਾਚ ਹੋਇਆ ਨਿੰਦ ਕਨੇਰੇ, ਇਹ ਸੱਚ ਕਹਿੰਦੇ ਆ, ਸਾਰੀ ਸੰਗਤ ਵੀ ਕਹਿੰਦੀ ਹੈ ਵੀ ਨਿੰਦਕ ਜਿਹੜੇ ਨੇ ਨਿੰਦਾ ਕਰਨੋਂ ਬਾਜ ਨਹੀਂ ਆਉਂਦੇ। ਚੁਗਲਖੋਰ ਨਾ ਚੁਗਲੀਆਂ ਬਾਜ ਆਉਂਦੇ, ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਇਹ ਜਿਹੜੇ ਦੁਸ਼ਟ ਬੰਦੇ ਹਨ, ਨਿੰਦਕ ਬੰਦੇ ਹਨ, ਗੁਰੂ ਘਰ ਦੀ ਨਿੰਦਾ ਕਰਦੇ ਹਨ। ਸੁਨ ਗੁਰ ਜਾਣਿਓ ਮਤ ਸਭ ਕੇਰੋ,
ਤੇ ਮਹਾਰਾਜ ਸਾਹਿਬ ਜੀ ਸਾਰੇ ਸਿੱਖਾਂ ਦਾ ਮਤ, ਸਾਰਿਆਂ ਦਾ ਵਿਚਾਰ ਸੁਣ ਕੇ ਚਹਤ ਵਿਵੇਕ ਕਰਨ ਹਿਤ ਮੇਰੋ। ਮਹਾਰਾਜ ਕਹਿਣ ਲੱਗੇ, ਵਿਚਾਰਨ ਲੱਗੇ ਵੀ ਇਹ ਗੁਰਸਿੱਖ ਵਿਵੇਕ ਬੁੱਧੀ ਨਾਲ ਸਾਡੇ ਕੋਲ ਆਏ ਹਨ। ਹੈ ਆਛੀ ਜਬਰ ਦੇ ਵਿਚਾਰੀ। ਇਹਨਾਂ ਨੇ ਜੋ ਵਿਚਾਰ ਕੀਤੀ ਹੈ ਨਾ, ਚੰਗੀ ਕੀਤੀ ਹੈ। ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼, ਭਾਈ ਬਿਧੀ ਚੰਦ ਜੀ, ਸਾਰੇ ਗੁਰਸਿੱਖ ਸਾਡੇ ਹਿਤੈਸ਼ੀ ਹਨ। ਸਭ ਕੇ ਸੁਨ ਤਿਉ ਗਿਰਾ ਉਚਾਰੀ। ਸਾਰਿਆਂ ਦੇ ਸੁਣਦੇ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਜੀ ਬੋਲੇ, ਸੁਨਹੁ ਬ੍ਰਿਧ ਜੀ ਬਾਕ ਤੁਹਾਰੇ। ਹਾਂ ਮਹਾਰਾਜ ਕਹਿੰਦੇ, ਬਾਬਾ ਜੀ ਅਸੀਂ ਤਾਂ ਕੌਲਾਂ ਨੂੰ ਲੈਣ ਨਹੀਂ ਗਏ, ਇਹ ਤੇ ਤੁਹਾਡਾ ਬਚਨ ਹੋਇਆ ਸੀ, ਆਪ ਜੀ ਦੀ ਆਗਿਆ ਹੋਈ ਸੀ ਤੇ ਅਸੀਂ ਹੁਕਮ ਦੇ ਅਨੁਸਾਰ ਕੌਲਾਂ ਨੂੰ ਗੁਰੂ ਘਰ ਵਿੱਚ ਸ਼ਰਨ ਦਿੱਤੀ ਹੈ। ਭਈ ਤਿਨਹੁ ਤੇ ਅੰਗੀਕਾਰੇ। ਤੁਹਾਡੇ ਬਚਨਾਂ ਕਰਕੇ ਕੌਲਾਂ ਜੀ ਗੁਰੂ ਘਰ 'ਚ ਆਏ ਹਨ, ਕਿਉਂਕਿ ਤੁਹਾਡਾ ਬਚਨ ਹੀ ਕਾਜੀ ਨੂੰ ਇਹੋ ਜਿਹਾ ਹੋ ਗਿਆ ਸੀ। ਤੇ ਨਾਲੇ ਬਾਣੀ ਪੜ੍ਹਦੀ ਸੀ, ਨਾਮ ਜਪਦੀ ਸੀ, ਤੇ ਕਾਜੀ ਮਾਰਦਾ ਕੁੱਟਦਾ ਸੀ ਵੀ ਤੂੰ ਗੁਰੂ ਦੀ ਬਾਣੀ ਪੜ੍ਹਦੀ ਹੈ। ਤੇ ਉਹ ਕਲਾਮ ਜਿਹੜੀ ਮੁਸਲਮਾਨਾਂ ਵਾਲੀ ਉਹ ਨਹੀਂ ਪੜ੍ਹਦੀ, ਤੇ ਸੁਖਮਨੀ ਸਾਹਿਬ ਪੜ੍ਹਦੀ ਸੀ। ਇਸ ਕਰਕੇ ਉਹਨੂੰ ਗੁਰੂ ਘਰ 'ਚ ਸ਼ਰਨ ਦਿੱਤੀ ਸੀ। ਤੁਮ ਬਚ ਤੇ ਵਿਵੇਕ ਅਬ ਹੋਵਾ। ਤੇ ਬਾਬਾ ਜੀ ਤੁਹਾਡਾ ਹੁਣ ਬਚਨ ਹੋ ਗਿਆ ਵੀ ਇਹਦਾ ਤਿਆਗ ਕਰ ਦਿਓ, ਉਹ ਵੀ ਸਿਰ ਮੱਥੇ ਤੇ। ਜਦੋਂ ਤੁਹਾਡਾ ਬਚਨ ਹੋਇਆ ਸੀ ਗੁਰੂ ਘਰ ਲਿਆਉਣ ਦਾ, ਅਸੀਂ ਲੈ ਆਏ ਸੀ। ਜਦੋਂ ਤੁਹਾਡਾ ਬਚਨ ਹੋਇਆ ਉਹਦਾ ਤਿਆਗ ਕਰਨ ਦਾ, ਤੇ ਅਸੀਂ ਕੌਲਾਂ ਦਾ ਤਿਆਗ ਵੀ ਕਰ ਦਿਆਂਗੇ, ਤੁਹਾਡੇ ਬਚਨ ਨਾਲ ਹੀ ਚੱਲਣਾ ਅਸੀਂ। ਅਰ ਤਿਆਗਨ ਕੌਲਾ ਕਹੋ ਜੋਵਾ। ਜੋ ਆਪ ਜੀ ਬਚਨ ਕਰ ਰਹੇ ਹੋ ਵੀ ਤਿਆਗ ਕਰ ਦਿਓ ਕੌਲਾਂ ਦਾ। ਭਈ ਅਵਧ ਪੂਰਨ ਅਬ ਤਾਹੀ। ਮਹਾਰਾਜ ਤਿਆਗ ਤਾਂ ਕੁਦਰਤੀ ਹੋ ਚੁੱਕਾ ਹੈ, ਮਾਤਾ ਕੌਲਾਂ ਦੀ ਉਮਰ ਪੂਰੀ ਹੋ ਚੁੱਕੀ ਹੈ। ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਅੰਤਰਜਾਮੀ ਕਹਿੰਦੇ, ਜਿੰਨੇ ਕੁ ਪਰਮੇਸ਼ਰ ਨੇ ਉਹਨੂੰ ਸਵਾਸ ਦਿੱਤੇ ਸੀ, ਸਮਾਂ ਦਿੱਤਾ ਸੀ, ਉਹਦਾ ਪੂਰਾ ਹੋ ਗਿਆ ਹੈ। 15 ਦਿਵਸ ਔਰ ਰਹਿ ਜਾਹੀ। ਕੁੱਲ 15 ਦਿਨ ਉਮਰ ਬਾਕੀ ਰਹਿ ਗਈ ਹੈ। ਅੱਜ ਤੋਂ 15ਵੇਂ ਦਿਨ ਕੌਲਾਂ ਨੇ ਇਹ ਚੋਲਾ ਤਿਆਗ ਦੇਣਾ ਹੈ। ਬਿਨਾ ਤਿਆਗ ਤੇ ਤਿਆਗਨ ਹੋਈ। ਤਿਆਗਣ ਦੀ ਲੋੜ ਨਹੀਂ, ਆਪੇ ਹੀ ਤਿਆਗ ਹੋ ਗਿਆ। ਪਰਮੇਸ਼ਰ ਵੱਲੋਂ ਹੀ ਜਿੰਨੀ ਵਾਹਿਗੁਰੂ ਨੇ ਉਹਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ, ਉਹ ਪੂਰੀ ਹੋ ਰਹੀ ਹੈ। 15 ਦਿਨਾਂ ਬਾਅਦ ਉਹਨੇ ਸਰੀਰ ਚੋਲਾ ਜਿਹੜਾ ਛੱਡ ਦੇਣਾ ਹੈ। ਇਸ ਮਹਿ ਸੰਸੈ ਰਹਿਓ ਨਾ ਕੋਈ। ਇਹਦੇ 'ਚ ਕੋਈ ਸੰਸ਼ੇ ਵਾਲੀ ਗੱਲ ਨਹੀਂ ਰਹਿ ਗਈ। ਕੌਲਾਂ ਦਾ ਸਮਾਂ ਨੇੜੇ ਆ ਗਿਆ ਹੈ। 15 ਦਿਨਾਂ ਬਾਅਦ ਉਹਨੇ ਇਹ ਸਰੀਰ ਛੱਡ ਕੇ ਸੱਚਖੰਡ ਗਮਨ ਕਰ ਜਾਣਾ ਹੈ। ਹੋਨਹਾਰ ਹੋਇਓ ਜਬ ਚਾਹੈ। ਆਹ ਬਾਬਾ ਬੁੱਢਾ ਜੀ, ਜਿਹੜਾ ਭਾਣਾ ਵਰਤਣਾ ਹੁੰਦਾ ਨਾ, ਉਦਾਂ ਦੇ ਸਬੱਬ ਬਣ ਜਾਂਦੇ ਆ, ਉਦਾਂ ਦੀਆਂ ਖੇਡਾਂ ਹੋ ਜਾਂਦੀਆਂ। ਭਾਈ ਮਾਈ ਹੋਣਹਾਰ ਸੋ ਹੋਈ ਹੈ, ਪੰਜਵੇਂ ਪਾਤਸ਼ਾਹ ਦੇ ਬਚਨ। ਮਾਈ ਹੋਣਹਾਰ ਸੋ ਹੋਈ ਹੈ, ਰਾਜ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ। ਕਿਤੇ ਮਿਲਾਪ ਹੁੰਦੇ ਨੇ, ਕਿਤੇ ਵਿਛੋੜੇ ਹੁੰਦੇ ਨੇ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਸੋ ਕੌਲਾਂ ਦਾ ਜਿੰਨਾ ਗੁਰੂ ਘਰ 'ਚ ਸੰਜੋਗ ਸੀ, ਉਹ ਹੁਣ ਪੂਰਾ ਹੋ ਗਿਆ। ਸਰੀਰ ਕਰਕੇ ਉਹਦੀ ਆਤਮਾ ਹੁਣ ਚੋਲੇ ਨੂੰ ਛੱਡ ਕੇ ਸਦਾ ਲਈ ਗੁਰੂ ਚਰਨਾਂ 'ਚ ਲੀਨ ਹੋ ਜਾਵੇਗੀ। ਤਬ ਰਾਵਰ ਮੁਖ ਤੇ ਬਚ ਕਹੈ। ਹਾਂ, ਕਿਉਂਕਿ ਬਾਬਾ ਜੀ ਜੋ ਹੋਣਾ ਹੁੰਦਾ ਬਚਨ ਵੀ ਉਹੀ ਤੁਸੀਂ ਕੱਢਦੇ ਹੋ। ਤੁਹਾਡੀ ਰਸਨਾ ਤੋਂ ਬਚਨ ਉਹ ਨਹੀਂ ਹੁੰਦਾ ਜਿਹੜਾ ਨਾ ਹੋਣਾ ਹੋਵੇ। ਤੁਹਾਡੀ ਰਸਨਾ ਤੋਂ ਬਚਨ ਵੀ ਉਹੀ ਨਿਕਲਦਾ ਜਿਹੜਾ ਹੋਣਾ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇੱਕ ਸਾਧ ਬਚਨ ਅਟਲਾਦਾ, ਤੁਹਾਡੇ ਬਚਨ ਅਟਲ ਹਨ ਮਹਾਂਪੁਰਸ਼ੋ। ਬ੍ਰਹਮ ਅਸਤਰ ਰਗਬਰ ਕਰ ਜੈਸੇ। ਜਿਵੇਂ ਸ੍ਰੀ ਰਾਮਚੰਦਰ ਜੀ ਦੇ ਤੀਰ ਕਹਿੰਦੇ ਅਮੋਘ ਬਾਣ ਸਨ, ਉਹ ਚੱਲੇ ਹੋਏ ਰੁਕਦੇ ਨਹੀਂ ਸਨ। ਜਿੱਥੇ ਨਿਸ਼ਾਨਾ ਲੱਗਣਾ ਉੱਥੇ ਹੀ ਲੱਗਣਾ। ਬ੍ਰਹਮ ਅਸਤਰ ਰਗਬਰ ਕਰ ਜੈਸੇ, ਇਵੇਂ ਮਹਾਂਪੁਰਸ਼ੋ ਤੁਹਾਡੇ ਬੋਲ ਹਨ, ਇਹ ਵੀ ਕਿਸੇ ਤੋਂ ਟਾਲਿਆ ਨਹੀਂ ਟਲਦੇ। ਕੋਈ ਦੁਨੀਆ ਦੀ ਤਾਕਤ ਨਹੀਂ ਤੁਹਾਡੇ ਬਚਨਾਂ ਨੂੰ ਟਾਲ ਸਕੇ। ਤੁਮਰੋ ਬਾਕ ਨਿਫਲ ਨਹਿ ਤੈਸੇ। ਬਾਬਾ ਜੀ ਤੁਹਾਡੇ ਬਚਨ ਨਿਸਫਲ ਨਹੀਂ ਹੁੰਦੇ। ਕਹੋ ਵਿਵੇਕ ਲਗਾਵਨ ਮੋਹੀ। ਬਾਬਾ ਜੀ ਤੁਸੀਂ ਜੋ ਵਿਚਾਰ ਵਿਵੇਕ ਕੀਤਾ ਉਹ ਸਾਨੂੰ ਪ੍ਰਵਾਨ ਹੈ। ਆਪ ਹੁਕਮ ਕਰੋ
ਕੀ ਵਿਵੇਕ ਕਰੀਏ। ਤਤ ਛਿਨ ਕਰੋ ਪਾਏ ਬਚਤੋ ਹੀ। ਜੋ ਆਪ ਹੁਕਮ ਕਰੋਗੇ ਅਸੀਂ ਉਹ ਵਿਵੇਕ ਸਵੀਕਾਰ ਕਰਾਂਗੇ। ਗੁਰ ਤੇ ਸੁਨਤ ਸਰਬ ਔਰ ਹਰਖੇ। ਸਾਧ ਸੰਗਤ ਜੀ, ਮਹਾਰਾਜ ਛੇਵੇਂ ਪਾਤਸ਼ਾਹ ਦੇ ਪਿਆਰ ਤੇ ਨਿਮਰਤਾ ਵਾਲੇ ਬਚਨ, ਗਿਆਨ ਵਾਲੇ ਬਚਨ ਸੁਣ ਕੇ ਸਾਰੀਆਂ ਸੰਗਤਾਂ ਖੁਸ਼ ਹੋਈਆਂ ਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਆਦਿਕ ਸਿੱਖ ਬੜੇ ਪ੍ਰਸੰਨ ਹੋਏ। ਜਨ ਆਨੰਦ ਕੇ ਬਾਦਰ ਬਰਖੇ। ਆਹਾ, ਕਹਿੰਦੇ ਮੰਨ ਲਓ ਜਿਵੇਂ ਆਨੰਦ ਦੇ ਖੁਸ਼ੀਆਂ ਦੇ ਬੱਦਲ ਹੀ ਵਸ ਪਏ ਹੋਣ। ਬ੍ਰਿਧ ਸਾਹਿਬ ਕਰ ਸੋ ਕਰ ਗਹਿਓ। ਬਾਬਾ ਬੁੱਢਾ ਜੀ ਦਾ ਹੱਥ ਫੜ ਲਿਆ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਕੁਛ ਤਹ ਚਲੇ ਭਲੋ ਥਲ ਲਹਿਓ। ਤੇ ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਨੂੰ ਲੈ ਕੇ ਥੋੜਾ ਜਿਹਾ ਰਾਮਸਰ ਤੋਂ ਉਰਾਂ ਆ ਗਏ। ਕਿੰਨਾ ਕੁ? ਸਿਰਫ ਵੱਧ ਤੋਂ ਵੱਧ 50 ਕੁ ਫੁੱਟ ਕਹਿ ਲਓ, 40 ਕੁ ਫੁੱਟ ਉਰਾਂ ਆ ਗਏ। ਇਹ ਵਿਵੇਕ ਤੁਮ ਕੋ ਲਗ ਭਾਰੀ। ਮਹਾਰਾਜ ਜੀ, ਤੁਹਾਨੂੰ ਇਹੀ ਵਿਵੇਕ ਹੈ ਵੀ ਤੁਸੀਂ ਇੱਥੇ ਵਿਵੇਕੀਆਂ ਦੇ ਰਹਿਣ ਵਾਸਤੇ ਇੱਕ ਸੁੰਦਰ ਸਰੋਵਰ ਬਣਾ ਦਿਓ। ਜਥਾ ਸਰੂਪ ਧਰਿਓ ਉਪਕਾਰੀ। ਆਪ ਜੀ ਮਹਾਰਾਜ ਵਿਵੇਕ ਦੇ ਸਾਗਰ ਹੋ, ਪਰ ਉਪਕਾਰ ਵਾਸਤੇ ਹੀ ਆਪ ਜੀ ਨੇ ਇਹ ਸਰੂਪ ਧਾਰਨ ਕੀਤਾ ਹੈ। ਆਪਣੋ ਸਰਖਨ ਬਾਵਨ ਕੀਜੈ। ਆਪਣਾ ਸਰੋਵਰ ਬਣਾਓ ਮਹਾਰਾਜ, ਤੁਹਾਡੀ ਨਿਸ਼ਾਨੀ ਰਹੇਗੀ। ਇੱਕ ਤਾਂ ਸਰੋਵਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ੁਰੂ ਕਰਾਇਆ ਸ੍ਰੀ ਅੰਮ੍ਰਿਤਸਰ। ਦੂਸਰਾ ਜਿਹੜਾ ਹੈ ਸੰਤੋਖਸਰ ਸਾਹਿਬ, ਉਹ ਪੰਜਵੇਂ ਪਾਤਸ਼ਾਹ ਜੀ ਨੇ ਟਾਹਲੀ ਸਾਹਿਬ ਵਾਲੀ ਥਾਂ ਤੇ ਪ੍ਰਗਟ ਕੀਤਾ। ਤੀਸਰਾ ਸਰੋਵਰ ਵੀ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਰਾਮਸਰ ਉਦੋਂ ਪ੍ਰਗਟ ਕੀਤਾ ਜਦੋਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਉਣਾ ਸੀ, ਜਿਹਦਾ ਮਹਾਤਮ ਗੁਰਬਾਣੀ 'ਚ ਇਉਂ ਲਿਖਿਆ, ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਚੌਥਾ ਸਰੋਵਰ ਮਾਤਾ ਕੌਲਾਂ ਜੀ ਦੇ ਨਿਮਿਤ ਛੇਵੇਂ ਪਾਤਸ਼ਾਹ ਨੇ ਲਵਾਇਆ ਸੀ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਇੱਕ ਆਪਣਾ ਵੀ ਸਰੋਵਰ ਲਵਾਓ। ਨਾਮ ਵਿਵੇਕ ਤਾਲ ਧਰ ਦੀਜੈ। ਇਸ ਸਰੋਵਰ ਦਾ ਨਾਮ ਸ੍ਰੀ ਵਿਵੇਕ ਸਰ ਸਾਹਿਬ ਰੱਖੋ। ਬਿਗਰਹ ਰਹਿਤ ਬਿਖੈ ਸਿਖ ਜੋਈ। ਜਿਹੜਾ ਕੋਈ ਸਿੱਖ ਰਹਿਤ 'ਚ ਢਿੱਲ ਕਰੇਗਾ, ਆਨ ਇਸ਼ਨਾਨਹ ਨਿਰਮਲ ਹੋਈ। ਇੱਥੇ ਆ ਕੇ ਇਸ਼ਨਾਨ ਕਰੇਗਾ ਤੇ ਨਿਰਮਲ ਹੋਵੇਗਾ। ਅਪਰ ਕਾਮਨਾ ਵਾਨ ਜੋ ਸੇਵਾ। ਹੋਰ ਜਿਹੜੀ ਕਾਮਨਾ ਵਾਲੇ ਵਿਵੇਕੀ ਸਿੱਖ ਇੱਥੇ ਰਹਿਣਗੇ, ਰਾਵਰ ਕੋ ਪ੍ਰਤਾਪ ਸੋ ਦੇਵਾ। ਉਹ ਆਪ ਜੀ ਦੇ ਪ੍ਰਤਾਪ ਨਾਲ ਭਗਤੀ ਬੰਦਗੀ 'ਚ ਪੂਰੇ ਉਤਰਨਗੇ। ਸੁਨ ਬ੍ਰਿਧ ਕੇ ਬਚ ਪਟ ਕਟ ਕਸੀ। ਇੱਥੇ ਬੜੇ ਬੜੇ ਵਿਵੇਕੀ ਸਿੱਖ ਨਿਵਾਸ ਕਰਨਗੇ। ਇਹ ਬਚਨ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ। ਸਾਧ ਸੰਗਤ ਜੀ, ਗੁਰਦੁਆਰਾ ਸ੍ਰੀ ਵਿਵੇਕ ਸਰ ਸਾਹਿਬ, ਰਾਮਸਰ ਸਾਹਿਬ ਦੇ ਲਾਗੇ ਇਹ ਪਾਵਨ ਪਵਿੱਤਰ ਸਥਾਨ ਹੈ। 5 ਸਰੋਵਰਾਂ ਵਿੱਚੋਂ ਇਹ ਵੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬੜੇ ਬੜੇ ਕਰਨੀ ਵਾਲੇ ਮਹਾਂਪੁਰਸ਼ ਰਹੇ ਹਨ। ਸਿੰਘ ਸਾਹਿਬ ਬਾਬਾ ਨੈਣਾ ਸਿੰਘ ਜੀ ਅਕਾਲੀ, ਬੁੱਢੇ ਦਲ ਦੇ 5ਵੇਂ ਜਥੇਦਾਰ ਸਾਹਿਬ ਜੀ ਇੱਥੇ ਹੀ ਬਹੁਤਾ ਸਮਾਂ ਗੁਜ਼ਾਰਿਆ। ਜਿਹੜੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਬੁੱਢੇ ਦਲ ਦੇ ਜਥੇਦਾਰ ਬਣੇ ਸਨ, ਉਹ ਸਨ ਬਾਬਾ ਨੈਣਾ ਸਿੰਘ ਜੀ ਅਕਾਲੀ। ਬਾਬਾ ਨੈਣਾ ਸਿੰਘ ਜੀ ਦੇ ਵਿਦਿਆਰਥੀ ਸਨ ਬਾਬਾ ਫੂਲਾ ਸਿੰਘ ਜੀ ਅਕਾਲੀ, 6ਵੇਂ ਜਥੇਦਾਰ। ਬਾਬਾ ਫੂਲਾ ਸਿੰਘ ਜੀ ਨੇ ਬਾਬਾ ਨੈਣਾ ਸਿੰਘ ਜੀ ਦੇ ਨਾਲ ਇਸੇ ਸਥਾਨ ਤੇ ਬੜੀ ਸੇਵਾ ਕੀਤੀ, ਗੁਰਦੁਆਰਾ ਵਿਵੇਕਸਰ ਸਾਹਿਬ। ਇੱਥੇ ਹੀ ਬਾਬਾ ਵਿਵੇਕਾ ਸਿੰਘ ਜੀ ਬੜੇ ਮਹਾਂਪੁਰਸ਼ ਪੁਰਾਤਨ ਰਹੇ ਨੇ। ਭਾਈ ਕਾਹਨ ਸਿੰਘ ਜੀ ਨਾਭਾ ਨੇ ਉਹਨਾਂ ਦਾ ਜ਼ਿਕਰ ਮਾਨਕੋਸ਼ ਵਿੱਚ ਵੀ ਕੀਤਾ। ਹੋਰ ਵੀ ਬੜੇ ਗੁਰਸਿੱਖ ਕੰਮ ਕਰਨੀ ਵਾਲੇ ਸਿੱਖ ਵਿਵੇਕੀ ਇਹਾਂ ਨਿਵਾਸ ਹੈ। ਬਾਬਾ ਬੁੱਢਾ ਜੀ ਕਹਿੰਦੇ ਇੱਥੇ ਬੜੇ ਵਿਵੇਕੀ ਸਿੱਖ ਕਰਨੀ ਵਾਲੇ ਰਹਿਣਗੇ। ਲਈ ਮੰਗਾਏ ਹਾਥ ਗਹਿ ਕਸੀ। ਕਹਿੰਦੇ 6ਵੇਂ ਪਾਤਸ਼ਾਹ ਨੇ ਉਸ ਵੇਲੇ ਕਈ ਮੰਗਾ ਲਈ। ਦਖਨੀ ਮ੍ਰਿਤਕਾ ਵਹਿਰ ਗਿਰਾਈ। ਆਪਣੇ ਪਵਿੱਤਰ ਕਰ ਕਮਲਾਂ ਨਾਲ ਟੱਕ ਲਾਇਆ ਤੇ ਸਾਧ ਸੰਗਤ ਜੀ ਮਿੱਟੀ ਪੁੱਟ ਕੇ ਸਰੋਵਰ ਤੋਂ ਬਾਹਰ ਸੁੱਟਣੀ ਸ਼ੁਰੂ ਕਰ ਦਿੱਤੀ। ਪੁਨ ਸਿੱਖਿਆਨ ਤਹ ਕਾਰ ਕਮਾਈ। ਨਾਲ ਗੁਰੂ ਕੇ ਸਿੱਖ ਹੋਰ ਵੀ ਸੇਵਾ 'ਚ ਲੱਗ ਗਏ। ਸਾਰੀਆਂ ਸੰਗਤਾਂ ਕਈਆਂ ਫੜ ਕੇ ਪੱਟਣ ਲੱਗ ਪਈਆਂ। ਖਨਹਿ ਮ੍ਰਿਤਕਾ ਵਹਿਰ ਨਿਕਾਰਾ। ਬਾਬਾ ਬੁੱਢਾ ਜੀ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਟੱਕ ਲਾ ਦਿੱਤਾ। ਬਾਕੀ ਸੰਗਤਾਂ ਮਿੱਟੀਆਂ ਪੁੱਟ ਕੇ ਬਾਹਰ ਸਿੱਟਣ ਲੱਗੀਆਂ ਹਨ। ਨਿਜ ਬਸਤਰਨ ਮਹਿ ਭਰ ਭਰ ਡਾਰਾਂ। ਕਿਸੇ ਕੋਲ ਟੋਕਰੀ, ਕਿਸੇ ਕੋਲ ਤਸਲਾ, ਕਿਸੇ ਕੋਲ ਕੁਝ ਵੀ ਨਹੀਂ ਤੇ ਉਹ ਆਪਣੇ ਕੱਪੜਿਆਂ ਦੇ ਵਿੱਚ ਹੀ, ਬੀਬੀਆਂ ਆਪਣੀ ਚੁੰਨੀਆਂ ਦੇ ਵਿੱਚ ਹੀ। ਸਾਧ ਸੰਗਤ ਜੀ, ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਹੁੰਦੀ, 2 ਵਾਰੀ ਤਾਂ ਦਾਸ ਨੇ ਵੀ ਦਰਸ਼ਨ ਕੀਤੇ ਹੈ। ਸਫਾਈ ਦੀ
ਸਰਕਾਰ ਕਹਿੰਦੀ ਸੀ ਵੀ ਇਹ ਕਿੱਥੇ ਜਾਏਗੀ, ਇੰਨੀ ਅੰਦਰੋਂ ਕਾਰ ਨਿਕਲੇ, ਕਿੱਥੇ ਸੁੱਟਾਂਗੇ? ਕਾਰਪੋਰੇਸ਼ਨ ਵਾਲੇ ਕਹਿੰਦੇ। ਸਿੰਘ ਕਹਿੰਦੇ ਤੇ ਲੱਭੜੀ ਕੋਈ ਨਹੀਂ। ਬੜੇ ਬੜੇ ਰਾਜੇ ਮਹਾਰਾਜੇ ਆ ਕੇ ਉੱਥੇ ਸੇਵਾ ਕਰਦੇ ਆ ਗੁਰੂ ਰਾਮਦਾਸ ਦੇ ਸਰੋਵਰ ਦੀ। ਇੱਕ ਚੁਟਕੀ ਚੁਟਕੀ ਮਹਾਰਾਜ ਦੇ ਚਰਨਾਂ ਦੀ ਧੂੜ ਸਮਝ ਕੇ ਘਰਾਂ 'ਚ ਲੈ ਜਾਂਦੇ ਆ। ਉਹ ਨਜ਼ਾਰਾ ਵੇਖਣ ਵਾਲਾ ਹੁੰਦਾ। ਇਹ ਗੁਰੂ ਰਾਮਦਾਸ ਦੀ ਵਡਿਆਈ ਹੈ। ਤੇ ਸਿੱਖ ਪ੍ਰੇਮ ਨਾਲ ਸੇਵਾ ਕਰਦੇ। ਕੋਈ ਕੱਪੜਿਆਂ 'ਚ ਪਾਈ ਜਾਂਦਾ। ਜਦੋਂ ਵਿਵੇਕ ਸਰ ਦੀ ਸੇਵਾ ਸ਼ੁਰੂ ਹੋਈ, ਕੋਈ ਨਹੀਂ ਟੋਕਰੀ ਮਿਲੀ ਨਾ, ਸ਼ਰਧਾਵਾਨ ਆਪਣੇ ਪੱਲੇ 'ਚ ਪਾ ਕੇ ਮਿੱਟੀ ਸ੍ਰੀ ਵਿਵੇਕ ਸਰ ਸਾਹਿਬ ਦੀ ਬਾਹਰ ਸਿੱਟਦੇ ਹਨ। ਸਪਟ ਸਿੱਖ ਜੇ ਤੱਕ ਤਹ ਖਰੇ। ਜਿੰਨੀ ਫੌਜ ਮਹਾਰਾਜ ਦੀ, ਭਾਈ ਬਿਧੀ ਚੰਦ ਵਰਗੇ, ਜੇਠੇ ਵਰਗੇ, ਲੱਖੂ ਜੱਟੂ ਭਾਨੂ ਵਰਗੇ, ਸਾਰੇ ਕੀ ਕਾਰ ਸਰਬ ਲਗ ਪਰੇ। ਸਰੋਵਰ ਦੀ ਵਿਵੇਕ ਸਰ ਦੀ ਸੇਵਾ 'ਚ ਲੱਗ ਗਏ ਨੇ। ਉਤਲਾਵਤ ਗਨ ਕਾਰ ਨਿਕਾਰੈ। ਭੱਜ ਭੱਜ ਕੇ ਸੇਵਾ ਕਰਦੇ। ਕੋਈ ਮਿੱਟੀ ਪੁੱਟਦਾ ਤੇ ਕੋਈ ਟੋਕਰੀਆਂ ਵਿੱਚ ਭਰ ਭਰ ਕੇ ਬਾਹਰ ਸਿੱਟਦਾ। ਗੁਰਹਿਤ ਕਰਹਿ ਪ੍ਰਮੋਦ ਵਿਚਾਰ। ਆਪਣੇ ਗੁਰੂ ਨੂੰ ਪ੍ਰਸੰਨ ਕਰਨ ਲਈ ਗੁਰੂ ਕੇ ਸਿੱਖ ਘਾਲਣਾ ਘਾਲਦੇ ਹਨ। ਦੁਆ ਘਟਕਾ ਦਿਨ ਬਾਕੀ ਰਹਿਓ। ਸਾਧ ਸੰਗਤ ਜੀ, 2 ਘੜੀਆਂ ਦਿਨ ਜਦੋਂ ਬਾਕੀ ਰਹਿ ਗਿਆ, ਰਹਿਰਾਸ ਸਾਹਿਬ ਜੀ ਦਾ ਟਾਈਮ ਹੋ ਗਿਆ। ਅਬ ਹਟ ਜਾਹੋ ਗੁਰ ਤਬ ਕਹੇ। ਮਹਾਰਾਜ ਕਹਿਣ ਲੱਗੇ, ਭਾਈ ਬਸ ਕਰੋ, ਹੁਣ ਕੱਲ ਨੂੰ ਆ ਕੇ ਸੇਵਾ ਕਰਾਂਗੇ। ਸਿੱਖ ਵਿਵੇਕੀ ਇਹਾਂ ਨਿਵਾਸ ਹੈ। ਮਹਾਰਾਜ ਕਹਿੰਦੇ ਇੱਥੇ ਬੜੇ ਬੜੇ ਵਿਵੇਕੀ ਮਹਾਂਪੁਰਸ਼ ਰਹਿਣਗੇ। ਇੱਥੇ ਕਰਨੀਆਂ ਵਾਲੇ ਗੁਰਸਿੱਖ ਰਿਹਾ ਕਰਨਗੇ। ਅਜੇ ਵੀ ਸਾਧ ਸੰਗਤ ਜੀ, ਵਿਵੇਕ ਸਰ ਕਈ ਵਾਰੀ ਉਥੇ ਆਮ ਸੰਗਤ ਨਹੀਂ ਜਾਂਦੀ, ਘਟ ਜਾਂਦੇ। ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਕੇ ਆ ਜਾਂਦੇ। ਪਰ ਜਿਹੜੇ ਗੁਰਮੁਖ ਜਾਂਦੇ ਆ ਉੱਥੇ ਕਈ ਰੂਹਾਂ ਬੜੀਆਂ ਕਮਾਈ ਵਾਲੀਆਂ ਗੁਪਤ ਬੈਠੀਆਂ ਹੁੰਦੀਆਂ, ਨਾਮ ਜਪਦੇ ਆ, ਬਾ ਸੇਵਾ ਕਰੀ ਜਾਂਦੇ, ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ। ਮਹਾਰਾਜ ਕਹਿੰਦੇ ਇੱਥੇ ਵਿਵੇਕੀ ਗੁਰੂ ਕਰਨੀ ਵਾਲੇ ਦਸੀਏ ਬਾਣੀ ਦੇ ਨਾਮ ਦੇ ਬੈਠਣਗੇ। ਸਮਾਂ ਪਾਏ ਪਾਕੋ ਚਹ ਪਾਸ ਹੈ। ਸਮਾਂ ਆਵੇਗਾ ਇਹ ਸਰੋਵਰ ਪੱਕਾ ਹੋ ਜਾਏਗਾ। ਉਦੋਂ ਤਾਂ ਮਹਾਰਾਜ ਨੇ ਖੁਦਾਈ ਕਰਾਈ ਸੀ। ਬਾਅਦ ਵਿੱਚ ਮਹਾਰਾਜਾ ਸਾਹਿਬ ਜੀ ਸ਼ੇਰੇ ਪੰਜਾਬ ਨੂੰ ਕਲਗੀਧਰ ਪਾਤਸ਼ਾਹ ਰਾਜ ਭਾਗ ਦਿੱਤਾ ਜਦੋਂ, ਤੇ ਫਿਰ ਖੁੱਲੇ ਗੱਫੇ ਮਾਇਆ ਦੇ ਫਿਰ ਸਾਰੇ ਸਰੋਵਰ ਪੱਕੇ ਕਰਵਾਏ। ਸੋਹਣੇ ਸੋਹਣੇ ਗੁਰਦੁਆਰੇ ਬਣੇ, ਬੜੀ ਸੇਵਾ ਹੋਈ। ਮਹਾਰਾਜ 5ਵੇਂ 6ਵੇਂ ਪਾਤਸ਼ਾਹ ਕਹਿੰਦੇ ਸਮਾਂ ਆਵੇਗਾ ਇਹ ਸਾਰੇ ਸਰੋਵਰ ਵਧੀਆ ਬਣ ਜਾਣਗੇ, ਪੱਕੇ ਬਣ ਜਾਣਗੇ। ਗੁਰੂ ਅਰੂੜਤ ਭਏ ਤੁਰੰਗ। ਮਹਾਰਾਜ ਬਚਨ ਕਰਕੇ ਘੋੜੇ ਤੇ ਸਵਾਰ ਹੋਏ। ਕਰ ਅਸਵਾਰ ਬ੍ਰਿਧ ਲਿਆ ਸੰਗ। ਬਾਬਾ ਬੁੱਢਾ ਜੀ ਨੂੰ ਵੀ ਨਾਲ ਪਾਲਕੀ 'ਚ ਬਿਠਾ ਲਿਆ। ਕਰ ਮੱਜਨ ਸਭ ਸਿੱਖ ਸਮੇਤ। ਔਰ ਆ ਕੇ ਇਸ਼ਨਾਨ ਕੀਤਾ ਸਿੱਖਾਂ ਸਮੇਤ। ਗਮਨ ਕੀਨ ਸੋਢੀ ਕੁਲ ਕੇਤ। ਫਿਰ ਸਤਿਗੁਰੂ ਜੀ ਮਹਿਲਾਂ ਵੱਲ ਗਏ। ਕਰ ਬੰਧਨ ਹਰ ਮੰਦਰ ਗਏ। ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਧਰਮਸਾਲ ਬ੍ਰਿਧ ਡੇਰਾ ਕਏ। ਤੇ ਬਾਬਾ ਜੀ ਦਾ ਡੇਰਾ ਜਿੱਥੇ ਧਰਮਸਾਲ ਦੇ ਵਿੱਚ ਲਵਾਇਆ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਦਾ। ਕੌਲਾ ਕੀ ਬੀਤ ਹੈ ਅਬ ਬਾਤ। ਹੁਣ ਕੌਲਾਂ ਦੀ ਵੀ ਗੱਲ ਕਿਵੇਂ ਹੋਣੀ ਹੈ? ਕਹਿ ਆਪਸ ਮਹਿ ਉਰ ਹਰ ਖਾਤ। ਆਪਸ ਵਿੱਚ ਕਹਿੰਦੇ ਵੀ ਚਲੋ ਕੌਲਾਂ ਵੀ ਹੁਣ ਚਲੀ ਜਾਏਗੀ। ਬ੍ਰਿਧ ਨਰੋਤਮ ਕੋ ਵੱਡ ਕਹਿਬੋ। ਬਾਬਾ ਬੁੱਢਾ ਜੀ ਮਹਾਂਪੁਰਸ਼ਾਂ ਦਾ ਕਹਿਣਾ ਮੰਨ ਕੇ ਗੁਰੂ ਸਾਹਿਬ ਨੇ ਕੌਲਾਂ ਦਾ ਤਿਆਗ ਕਰ ਦਿੱਤਾ। ਅੰਗੀਕਾਰ ਕਰਨ ਸਭ ਚਾਹਬੋ। ਉਹਨਾਂ ਦਾ ਹੀ ਬਚਨ ਮੰਨ ਕੇ ਅੰਗੀਕਾਰ ਕੀਤਾ ਸੀ, ਉਹਨਾਂ ਦਾ ਬਚਨ ਮੰਨ ਕੇ ਤਿਆਗ ਕਰ ਦਿੱਤਾ। ਅਟਲ ਬਾਕ ਜਿਨ ਕੇ ਨਹਿ ਟਲ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਬਚਨ ਟਲਦਾ ਨਹੀਂ ਹੈ। ਚਲ ਹੈ ਸੁਮੇਰ ਤਉ ਨਹਿ ਚਲ ਹੈ। ਸੁਮੇਰ ਪਰਬਤ ਭਾਵੇਂ ਹਿੱਲ ਜਾਵੇ ਪਰ ਬਾਬਾ ਜੀ ਦਾ ਬਚਨ ਨਹੀਂ ਹਿੱਲ ਸਕਦਾ। ਆਪਣੇ ਮਹਿਲ ਮਹਿ ਸਤਿਗੁਰ ਗਏ। ਮਹਾਰਾਜ ਆਪਣੇ ਮਹਿਲਾਂ ਵਿੱਚ ਚਲੇ ਗਏ। ਸੁਪਤ ਜਥਾ ਸੁਖ ਰਾਤ ਬਿਤੇ। ਔਰ ਸੁਖ ਨਾਲ ਆਪਣੇ ਮਹਿਲਾਂ 'ਚ ਵਿਰਾਜਮਾਨ ਹੋਏ। ਪਈ ਭੋਰ ਕਰ ਦਰਸ਼ਨ ਗਇਓ। ਅਗਲੇ ਦਿਨ ਸਾਧ ਸੰਗਤ ਜੀ ਮੱਥਾ ਟੇਕ ਕੇ ਬਾਬਾ ਬੁੱਢਾ ਜੀ ਬੀੜ ਸਾਹਿਬ ਨੂੰ ਚਲੇ ਗਏ। ਬੀੜ ਬਿਖੈ ਬਾਸੋ ਨਿਜ ਕਿਓ। ਆਪਣੀ ਬੀੜ ਸਾਹਿਬ ਵਿੱਚ ਚਲੇ ਗਏ। ਇੱਕ ਰਸ ਬ੍ਰਿਤੀ ਆਨੰਦ ਮਹਿ ਝੂਲੇ। ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਦੀ ਬਿਰਤੀ ਇੱਕ ਰਸ ਰਹਿੰਦੀ, ਆਨੰਦ ਵਿੱਚ ਲੀਨ ਰਹਿੰਦੇ ਐ। ਸਮ ਸਰੂਪ ਜਬ ਕਬਹੁ ਨ ਭੂਲੇ। ਜਿਵੇਂ ਆਤਮ ਸਰੂਪ ਦਾ ਪ੍ਰਕਾਸ਼ ਇੱਕੋ ਜਿਹਾ ਉਵੇਂ ਹੀ ਰਹਿੰਦਾ, ਕੋਈ ਬਿਰਤੀ 'ਚ ਫਰਕ ਨਹੀਂ ਪੈਂਦਾ, ਵੱਧ ਘੱਟ ਨਹੀਂ ਹੁੰਦੀ ਬਿਰਤੀ। ਇਹੋ ਜਿਹੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਬਚਨ ਪੂਰਾ ਕਰਕੇ ਸੋ ਸਾਧ ਸੰਗਤ ਜੀ ਮਹਾਰਾਜ ਜੀ ਨੇ ਹਾਂਜੀ ਬੇਟੇ ਪੂਰੀ ਅਜਮਤ ਤਾਰਤ ਬਲੀ ਬਸਾਲਾ। ਜਿਹੜੇ ਮਹਾਪੁਰਸ਼ ਬੜੀਆਂ ਕਰਨੀਆਂ ਵਾਲੇ ਹਨ। ਬਿਦਤ ਕਰ ਹੈ ਕਿਤ ਕਿਸ ਹੂੰ ਕਾਲਾ। ਕਦੇ ਆਪਣੀ ਕਲਾ ਪ੍ਰਗਟ ਕਰਦੇ ਨਹੀਂ ਤਾਂ ਗੁਪਤ ਹੀ ਰੱਖਦੇ। ਰਹਿਓ ਇਕਾਂਤ ਜਾਣ ਕਹਿ ਤਹਾਂ। ਉੱਥੇ ਆਪਣੀ ਬੀੜ ਸਾਹਿਬ 'ਚ ਰਹਿੰਦੇ, ਇਕੱਲੇ ਇਕਾਂਤ ਭਜਨ ਕਰਦੇ ਰਹਿੰਦੇ, ਸਾਰਾ ਦਿਨ ਤੇ ਸੇਵਾ ਕਰਦੇ ਰਹਿੰਦੇ ਐ। ਦਤੀਏ ਗੁਰ ਸੇਵਾ ਹੋਏ ਮਹਾ। ਉੱਥੇ ਸੇਵਾ ਵੀ ਹੈ ਤੇ ਸਿਮਰਨ ਵੀ ਹੈ। ਇਮ ਸਤ ਗੁਰ ਸ਼ੁਭ ਕਰੇ ਬਿਲਾਸਾ। ਇਸ ਤਰ੍ਹਾਂ ਮਾਰੇ ਬੜੇ ਕੌਤਕ ਕੀਤੇ ਛੇਵੇਂ ਪਾਤਸ਼ਾਹ ਜੀ ਨੇ।
ਪੂਰਨ ਕਰਤ ਸਭਨ ਕੀ ਆਸਾ ਆਪਣੇ ਸਿੱਖਾਂ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਸਤਿਗੁਰੂ ਮਹਾਰਾਜ ਮੇਰੀ ਪੀਰੀ ਦੇ ਮਾਲਕ। ਊਚ ਕੇ ਨੀਚ ਪ੍ਰੇਮ ਕੋ ਠਾਨਤ ਮਹਾਰਾਜ ਨਾਲ ਹਰ ਕੋਈ ਪ੍ਰੇਮ ਕਰਦਾ, ਗਰੀਬ ਅਮੀਰ। ਅਧਿਕ ਘਾਟ ਸਭ ਗੁਰੂ ਪਛਾਨਤ ਮਹਾਰਾਜ ਸਭ ਦੇ ਪ੍ਰੇਮ ਦੀ ਸਾਰ ਵੀ ਜਾਣਦੇ ਆ, ਵੀ ਕੋਈ ਕਿੰਨਾ ਪ੍ਰੇਮ ਕਰਦਾ, ਕਿਤੇ ਅੰਦਰੋਂ ਪ੍ਰੇਮ ਹੈ ਕਿ ਗੱਲਾਂ ਬਾਤਾਂ ਨਾਲ ਹੀ ਹੈ, ਸਭ ਜਾਣਦੇ ਮਹਾਰਾਜ। ਹਾਂਜੀ। ਕਰਨ ਕਾਮਨਾ ਪੂਰਨ ਦਾਸ ਤੇ ਆਪਣੇ ਸੇਵਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ। ਤਨ ਧਰ ਬਿਲਸਤ ਏਵ ਬਿਲਾਸ ਇਸ ਤਰ੍ਹਾਂ ਮਹਾਰਾਜ ਕੌਤਕ ਕਰ ਰਹੇ ਨੇ। ਨਿੰਦ ਉਸਤਤੀ ਕਹੂ ਕਰੈ ਕੋਈ ਨਿੰਦਾ ਕਰੇ ਤੇ ਕੋਈ ਉਸਤਤੀ ਕਰੇ, ਇਹਦੀ ਪਰਵਾਹ ਨਹੀਂ ਕਰਦੇ। ਨਿੰਦਾ ਉਸਤਤ ਦਊ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕੇ ਖੇਲ ਕਠਨ ਹੈ, ਸੌਖੀ ਗੱਲ ਨਹੀਂ। ਕੋਈ ਵਿਰਲਾ ਹੀ ਜਾਣਦਾ, ਕਿਨਹੂ ਗੁਰਮੁਖ ਜਾਨਾ। ਹਾਂਜੀ। ਬਿਰਧ ਪ੍ਰੇਮ ਕੇ ਬਸ ਨਿਜ ਧਰੈ ਤੇ ਮਹਾਰਾਜ ਪ੍ਰੇਮ ਦੇ ਵਸ ਚ ਰਹਿੰਦੇ ਆ। ਆ ਮਾਤਾ ਕੌਲਾਂ ਜੀ ਨੂੰ ਅਗਲੇ ਦਿਨ ਹੀ ਭਾਈ ਪੈਂਦੇ ਖਾਂ ਨੂੰ ਕਹਿਣ ਲੱਗੇ, ਪੈਂਦੇ ਖਾਂ ਬੇਟਾ ਇਹ ਤੇਰੀ ਮਾਤਾ ਹੈ, ਇਹਨੂੰ ਨਾਲ ਲੈ ਜਾ ਤੇ ਕਰਤਾਰਪੁਰ ਚਲੇ ਜਾਓ, ਉੱਥੇ ਨਿਵਾਸ ਕਰੋ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਉੱਥੇ ਖੂਹ ਲਵਾਇਆ ਗੰਗਸਰ ਸਾਹਿਬ, ਉਹਦੀ ਸੇਵਾ ਕਰੋ। ਅੱਗੇ ਜਿਵੇਂ ਸਮਾਂ ਹੋਵੇਗਾ ਦੱਸਾਂਗੇ। 15 ਦਿਨ ਮਾਤਾ ਕੌਲਾਂ ਜੀ ਇੱਥੇ ਕਰਤਾਰਪੁਰ ਸਾਹਿਬ ਆਏ ਸਨ, ਜਲੰਧਰ ਦੇ ਲਾਗੇ ਇੱਥੇ ਰਹੇ ਤੇ ਕਹਿਣ ਲੱਗੇ ਮੈਨੂੰ ਹੁਕਮ ਆ ਗਿਆ ਪਰਮੇਸ਼ਰ ਦਾ, ਮੈਂ ਹੁਣ ਸੱਚਖੰਡ ਚਲੀ ਜਾਣਾ। 15ਵੇਂ ਦਿਨ ਮਾਤਾ ਕੌਲਾਂ ਜੀ ਚੋਲਾ ਤਿਆਗ ਗਏ। ਉਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਅਜੇ ਵੀ ਮੌਜੂਦ ਹੈ, ਉੱਥੇ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਛੇਵੇਂ ਪਾਤਸ਼ਾਹ ਵਿਵੇਕ ਸਰ ਦੀ ਸੇਵਾ ਕਰਾਈ। ਉਧਰੋਂ ਬੀਬੀ ਬੀਰੋ ਦੇ ਵਿਆਹ ਦੀ ਤਿਆਰੀ ਹੈ, ਉਧਰੋਂ ਜੰਗ ਦੀ ਤਿਆਰੀ ਹੈ। ਇਹ ਕਥਾ ਹੁਣ ਸ਼ੁਰੂ ਹੋਣੀ ਹੈ, ਆਪਾਂ ਸਰਵਣ ਕਰਾਂਗੇ। 2-4 ਮਿੰਟ ਉੱਤੇ ਲੈ ਗਏ, ਸਮਾਂ ਖਿਮਾ ਕਰਨਾ। ਆਓ ਨਾਮ ਸਿਮਰਨ ਨਾਲ ਜੁੜੀਏ। ਹੇ ਗੋਬਿੰਦ, ਹੇ